ਓਸ਼ੋ ਦੇ ਲੈਕਚਰ। ਅਸੀਂ ਜਿਹੜਾ ਪਹਿਲਾਂ ਸੂਤਰ ਲਿਆ ਸੀ ਉਹ ਸੀ ਕਿ ਹੁਣ ਤੁਸੀਂ ਦਾਖਲ ਹੋ ਸਕੇ ਸੂਝ ਦੇ ਮੰਦਰ 'ਚ। ਉਹਦੀਆਂ ਕੰਧਾਂ ਤੇ ਲਿਖੇ ਹਨ ਬਲਦੇ ਅੱਖਰ, ਉਹ ਤੁਸੀਂ ਪੜ੍ਹ ਸਕੋਗੇ। ਇਹ ਪਹਿਲਾ ਸੂਤਰ ਹੈ ਸੂਝ ਦੇ ਮੰਦਰ ਦਾ। ਇਹ ਬਲਦੇ ਅੱਖਰਾਂ 'ਚ ਸੂਝ ਦੇ ਮੰਦਰਾਂ ਤੇ ਲਿਖਿਆ ਹੈ। ਜੀਵਨ ਭਵਿੱਖ ਦੇ ਜੀਵਨ ਸੰਗਰਾਮ ਸਾਕਸ਼ੀ ਭਾਵ ਰੱਖੋ। ਤੇ ਹਾਲਾਂਕਿ ਤੁਸੀਂ ਯੁੱਧ ਕਰੋਗੇ ਪਰ ਤੁਸੀਂ ਯੋਧੇ ਨਾ ਬਣਨਾ। ਉਹ ਤੁਸੀਂ ਹੋ, ਉਹ ਸਾਕਸ਼ੀ ਜੋ ਹੋ ਉਹ ਤੁਸੀਂ ਹੋ। ਫਿਰ ਵੀ ਤੁਸੀਂ ਸੀਮਤ ਹੋ ਤੇ ਭੁੱਲ ਕਰ ਸਕਦੇ ਹੋ। ਉਹ ਸਾਕਸ਼ੀ ਤੁਹਾਡਾ ਅੰਦਰ ਹੈ। ਉਹ ਸਾਕਸ਼ੀ ਤੁਹਾਡੇ ਗਹਿਰੇ ਤੋਂ ਗਹਿਰਾ ਰੂਪ ਹੈ। ਤੁਸੀਂ ਆਪਣੇ ਦਾਇਰੇ ਤੇ ਖੜੇ ਹੋ ਜੇ ਤੁਸੀਂ ਭੁੱਲ ਕਰ ਸਕਦੇ ਹੋ। ਇਹ ਸਾਕਸ਼ੀ ਭੁੱਲ ਨਹੀਂ ਕਰ ਸਕਦਾ। ਇਹ ਸਾਕਸ਼ੀ ਤੁਹਾਡੀ ਸ੍ਰੇਸ਼ਟ ਤੋਂ ਸ੍ਰੇਸ਼ਟ ਸੱਤਾ ਹੈ। ਤੁਸੀਂ ਵਿਗੜੇ ਹੋ ਜੀਵਨ ਅਨੁਭਵਾਂ 'ਚ, ਰਾਹਾਂ 'ਚ, ਮਾਰਗ 'ਚ, ਸੰਸਾਰ 'ਚ। ਅਨੇਕਾਂ ਅਨੇਕਾਂ ਜਨਮਾਂ ਦੇ ਸੰਸਕਾਰਾਂ ਨੇ ਤੁਹਾਨੂੰ ਵਿਗਾੜਿਆ। ਤੁਸੀਂ ਦਾਇਰੇ ਉੱਤੇ ਧੂੜ ਧੁਆਂਖ ਨਾਲ ਭਰੇ ਹੋ। ਤੁਸੀਂ ਭੁੱਲ ਕਰ ਸਕਦੇ ਹੋ। ਤੁਹਾਡੇ ਤੇ ਭਰੋਸਾ ਨਹੀਂ ਕੀਤਾ ਜਾ ਸਕਦਾ। ਤੁਸੀਂ ਆਪਣੇ ਉੱਤੇ ਭਰੋਸਾ ਨਾ ਕਰਨਾ ਕਰਤਾ ਵਾਂਗ, ਕਿਉਂਕਿ ਕਰਤਾ ਦਾਇਰੇ ਤੇ ਖੜਾ ਹੈ। ਉਹ ਕਰਮ ਦੇ ਨੇੜੇ ਖੜਾ ਹੈ। ਉਹ ਕਰਮ ਨਾਲ ਜੁੜਿਆ ਹੋਇਆ ਹੈ। ਜੇ ਭਰੋਸਾ ਤੁਸੀਂ ਆਪਣੇ ਉੱਤੇ ਕਰੋਗੇ ਤੁਸੀਂ ਉਹੀ ਦੁਹਰਾਉਂਦੇ ਜਾਓਗੇ ਜੋ ਤੁਸੀਂ ਹਮੇਸ਼ਾ ਕੀਤਾ ਹੈ। ਤੁਸੀਂ ਇੱਕ ਘੇਰਾ, ਇੱਕ ਦੁੱਖ ਚੱਕਰ ਹੋ। ਤੁਸੀਂ ਘੁੰਮਦੇ ਰਹੋਗੇ ਉਵੇਂ ਜੋ ਤੁਸੀਂ ਬਾਰ-ਬਾਰ ਕੀਤਾ ਹੈ। ਤੁਸੀਂ ਕਦੇ ਕੁਝ ਨਵਾਂ ਕਰਦੇ ਹੋ। ਪਿੱਛੇ ਜ਼ਿੰਦਗੀ 'ਚ ਪਰਤ ਕੇ ਦੇਖੋ, ਤੁਸੀਂ ਪਾਓਗੇ ਕਿ ਇੱਕ ਗੋਲ ਦਾਇਰੇ 'ਚ ਘੁੰਮਦੇ ਰਹਿੰਦੇ ਹੋ। ਸਵੇਰੇ ਕ੍ਰੋਧ ਕੀਤਾ, ਦੁਪਹਿਰੇ ਪਛਤਾਵਾ ਕਰ ਲਿਆ, ਸ਼ਾਮੀ ਪ੍ਰੇਮ ਪੂਰਨ ਹੋ ਗਏ, ਰਾਤ ਨੂੰ ਫੇਰ ਕ੍ਰੋਧ ਨਾਲ ਭਰ ਗਏ। ਸਵੇਰੇ ਘਿਰਨਾ ਆ ਗਈ, ਉਹ ਘੁੰਮਦਾ ਰਹਿੰਦਾ ਹੈ। ਤੇ ਜੇ ਤੁਸੀਂ ਇੱਕ ਡਾਇਰੀ ਰੱਖੋ 3 ਮਹੀਨੇ ਦੀ, ਤੁਸੀਂ ਹੈਰਾਨ ਰਹਿ ਜਾਓਗੇ ਕਿ ਤੁਸੀਂ ਮਸ਼ੀਨ ਹੋ ਜਾਂ ਆਦਮੀ। ਜੇ ਤੁਸੀਂ ਬਹੁਤ ਇਮਾਨਦਾਰੀ ਨਾਲ ਡਾਇਰੀ ਰੱਖੋ ਤਾਂ ਤੁਸੀਂ ਆਪਣਾ ਐਲਾਨ ਵੀ ਕਰ ਸਕਦੇ ਹੋ ਕਿ ਆਉਣ ਵਾਲੇ 3 ਮਹੀਨਿਆਂ 'ਚ ਕਿਸ ਦਿਨ ਕੀ ਹੋਏਗਾ। ਤੁਸੀਂ ਸਵੇਰ ਤੋਂ ਹੀ ਘਰ 'ਚ ਆਪਣਾ ਕੈਲੰਡਰ ਲਮਕਾ ਸਕਦੇ ਹੋ। ਅੱਜ ਇੰਨੇ ਵਜੇ ਮੈਂ ਕ੍ਰੋਧ ਕਰਾਂਗਾ, ਇੰਨੇ ਵਜੇ ਸ਼ਾਂਤ ਰਹਾਂਗਾ, ਇੰਨੇ ਵਜੇ ਵਿਖਾਦ ਨਾਲ ਭਰ ਜਾਵਾਂਗਾ। ਤੇ ਜੇ ਘਰ ਦੇ ਸਾਰੇ ਮੈਂਬਰ ਆਪੋ ਆਪਣਾ ਕੈਲੰਡਰ ਰੋਜ਼ਾਨਾ ਸਵੇਰੇ ਲਮਕਾ ਲੈਣ, ਬੜੀ ਸਹੂਲਤ ਹੋ ਜਾਏ। ਕਿਉਂਕਿ ਪਤਨੀ ਕਹਿ ਸਕਦੀ ਹੈ ਕਿ 5 ਵਜੇ ਤੁਸੀਂ ਦਫ਼ਤਰ ਮੁੜੋਗੇ ਤਾਂ ਮੈਂ ਠੀਕ ਅਵਸਥਾ 'ਚ ਨਹੀਂ ਰਹਾਂਗੀ। ਤੁਸੀਂ ਇਹਦਾ ਧਿਆਨ ਰੱਖਣਾ। ਪਤੀ ਕੈਲੰਡਰ ਦੇਖ ਸਕਦਾ ਹੈ ਕਿ ਅੱਜ ਕੀ ਹੋਣ ਵਾਲਾ ਹੈ। ਉਸ ਹਿਸਾਬ ਨਾਲ ਚੱਲ ਸਕਦਾ ਹੈ। ਪਤਨੀ ਪਤੀ ਦਾ ਕੈਲੰਡਰ ਦੇਖ ਸਕਦੀ ਹੈ। ਦੋਵੇਂ ਕਿਸੇ ਸਮਝੌਤੇ ਤੇ ਆ ਸਕਦੇ ਹੈ। ਅਜੇ ਅਸੀਂ ਅੰਨ੍ਹੇ ਵਾਂਗ ਟਕਰਾਉਂਦੇ ਰਹਿੰਦੇ ਹਾਂ। ਮਜ਼ਾ ਤਾਂ ਇਹ ਹੈ ਕਿ ਅੱਜ ਜਦ ਅਸੀਂ ਟਕਰਾਉਂਦੇ ਹਾਂ, ਅਸੀਂ ਸਦਾ ਇਹ ਸੋਚਦੇ ਹਾਂ ਕਿ ਸਾਨੂੰ ਕੋਈ ਪਰੇਸ਼ਾਨ ਕਰ ਰਿਹਾ ਹੈ, ਜਦ ਕਿ ਤੁਹਾਡਾ ਅੰਦਰ ਦਾ ਚੱਕਰ ਹੀ ਚੱਲ ਰਿਹਾ ਹੈ। ਕੋਈ ਹੋਰ ਪਰੇਸ਼ਾਨ ਨਹੀਂ ਕਰ ਰਿਹਾ। ਜਿਵੇਂ ਇਸਤਰੀਆਂ ਦੀ ਮਾਹਵਾਰੀ ਹੁੰਦੀ ਹੈ, ਕੋਈ ਉਹਨਾਂ ਦਾ ਖੂਨ ਕੱਢ ਨਹੀਂ ਰਿਹਾ, ਕੋਈ ਸਰੀਰਕ ਚੋਟ ਨਹੀਂ ਪਹੁੰਚਾ ਰਿਹਾ ਉਹਨਾਂ ਨੂੰ। ਇਹ ਉਹਨਾਂ ਦੇ ਅੰਦਰ ਦਾ ਚੱਕਰ ਹੈ ਜਿਸ ਨਾਲ ਮਾਹਵਾਰੀ ਹੋ ਰਹੀ ਹੈ। ਐਨ ਉਵੇਂ ਤੁਹਾਡੇ 24 ਘੰਟੇ ਦੇ ਚੱਕਰ ਚੱਲ ਰਹੇ ਆ। ਕੋਈ ਤੁਹਾਨੂੰ ਪਰੇਸ਼ਾਨ ਨਹੀਂ ਕਰ ਰਿਹਾ। ਲੇਕਿਨ ਕਿਸੇ ਛਿਨ 'ਚ ਤੁਸੀਂ ਉਦਾਸ ਹੁੰਦੇ ਹੋ, ਕਿਸੇ ਘੜੀ 'ਚ ਖੁਸ਼ ਹੁੰਦੇ ਹੋ। ਜਦ ਤੁਸੀਂ ਉਦਾਸ ਹੁੰਦੇ ਹੋ ਸੋਚਦੇ ਹੋ ਤੁਹਾਨੂੰ ਕੋਈ ਉਦਾਸ ਕਰ ਰਿਹਾ। ਬੜੀ ਮਜ਼ੇਦਾਰ ਗੱਲ ਹੈ। ਤੁਹਾਡੀ ਅੰਦਰਲੀ ਦਸ਼ਾ ਉੱਤੇ ਨਿਰਭਰ ਕਰਦਾ ਹੈ। ਉਹੀ ਚੀਜ਼ ਉਦਾਸ ਕਰ ਸਕਦੀ ਹੈ ਜੇ ਤੁਸੀਂ ਅੰਦਰ ਉਦਾਸ ਹੋਣ ਵਾਲੇ ਹੋ। ਉਹੀ ਚੀਜ਼ ਖੁਸ਼ ਕਰ ਸਕਦੀ ਹੈ ਜੇ ਤੁਸੀਂ ਖੁਸ਼ ਹੋਣ ਨੂੰ ਹੋ। ਇਹਦਾ ਜ਼ਰਾ ਆਤਮ ਨਿਰੀਖਣ ਕਰੋਗੇ ਤਾਂ ਬਹੁਤ ਹੈਰਾਨ ਹੋ ਜਾਓਗੇ। ਤਦ ਤੁਸੀਂ ਦੁਨੀਆ 'ਚ ਕਿਸੇ ਨੂੰ ਦੋਸ਼ ਦੇਣ ਨਹੀਂ ਜਾਓਗੇ। ਤੁਸੀਂ ਕਹੋਗੇ ਅੰਦਰ ਦੇ ਮੌਸਮ ਬਦਲਦੇ ਰਹਿੰਦੇ ਹਨ। ਕਦੇ ਵਰਖਾ ਹੈ, ਕਦੇ ਧੁੱਪ ਹੈ, ਕਦੇ ਸੀਤ ਹੈ। ਅੰਦਰ ਦੇ ਮੌਸਮ ਬਦਲਦੇ ਹੈ। ਆਪਣੇ ਅੰਦਰਲੇ ਮੌਸਮ ਦੇ ਜੇ ਤੁਸੀਂ ਸਾਕਸ਼ੀ ਹੋ ਜਾਓ ਤਾਂ ਤੁਸੀਂ ਪਾਗਲ ਹੋ ਜਾਓਗੇ, ਲੇਕਿਨ ਤੁਸੀਂ ਕਰਤਾ ਬਣ ਜਾਂਦੇ ਹੋ। ਜਦ ਕ੍ਰੋਧ ਆਉਂਦਾ ਕ੍ਰੋਧੀ ਬਣ ਜਾਂਦੇ ਹੋ। ਜਦ ਕਾਮ ਵਾਸਨਾ ਆਉਂਦੀ ਹੈ ਤੁਸੀਂ ਕਾਮੀ ਬਣ ਜਾਂਦੇ ਹੋ। ਤੇ ਜਦ ਬ੍ਰਹਮਚਰਜ ਦੀ ਵਾਸਨਾ ਆਉਂਦੀ ਹੈ ਤੁਸੀਂ ਬ੍ਰਹਮਚਰਜ ਦਾ ਝੰਡਾ ਲੈ ਕੇ ਖੜੇ ਹੋ ਜਾਂਦੇ ਹੋ। ਬਾਕੀ ਤੁਸੀਂ ਤਾਲਮੇਲ ਕਰ ਲੈਂਦੇ ਹੋ। ਦੂਰ ਖੜੇ ਹੋ, ਜਿੰਨੀ ਦੂਰ ਖੜੇ ਹੋ ਸਕੋਗੇ ਆਪਣੀਆਂ ਇਹਨਾਂ ਬਿਰਤੀਆਂ ਤੋਂ, ਉਨੀ ਮਲਕੀਅਤ ਹੈ। ਸਾਕਸ਼ੀ ਭਾਵ 'ਚ ਮਲਕੀਅਤ ਹੈ। ਯੋਧਾ ਬਣਨ ਜਾ ਰਹੇ। ਇਹ ਬਹੁਤ ਉਲਟਾ ਲੱਗੇਗਾ ਕਿਉਂਕਿ ਅਸੀਂ ਸੋਚਦੇ ਹਾਂ ਬਿਨਾਂ ਯੋਧਾ ਬਣਿਆ ਅਸੀਂ ਜਿੱਤਾਂਗੇ ਕਿਵੇਂ। ਇਸ ਸੰਸਾਰ 'ਚ ਯੋਧੇ ਬਣ ਕੇ ਜਿੱਤਿਆ ਜਾਂਦਾ ਹੈ। ਅਧਿਆਤਮ 'ਚ ਯੋਧਾ ਬਣ ਕੇ ਸਿਵਾਏ ਹਾਰਨ ਦੇ ਕੁਝ ਵੀ ਹੱਥ ਨਹੀਂ ਆਉਂਦਾ। ਹਾਰ ਵੀ ਪੂਰੀ ਹੱਥ ਨਹੀਂ ਆਉਂਦੀ, ਨਹੀਂ ਤਾਂ ਆਦਮੀ ਅੱਕ ਜਾਏ। ਹਾਰ ਵੀ ਅਧੂਰੀ ਰਹਿੰਦੀ ਹੈ। ਆਸ ਬਣੀ ਰਹਿੰਦੀ ਹੈ ਕਿ ਜਿੱਤਾਂਗਾ ਜਿੱਤਾਂਗਾ, ਤੇ ਜਿੱਤ ਕਦੇ ਹੱਥ 'ਚ ਆਉਂਦੀ ਨਹੀਂ। ਉਹ ਤੁਸੀਂ ਹੋ। ਉਹ ਸਾਕਸ਼ੀ ਭਾਵ ਤੁਹਾਡਾ ਹੀ ਅੰਦਰ ਹੈ। ਫਿਰ ਵੀ ਤੁਸੀਂ ਸੀਮਤ ਹੋ। ਤੁਸੀਂ ਭੁੱਲ ਕਰ ਸਕਦੇ ਹੋ। ਇਹ ਸਦੀਵੀ ਤੇ ਨਿਰਸੰਦੇਹ ਹੈ। ਇਹ ਸਦੀਵੀ ਸੱਚ ਹੈ। ਜਦੋਂ ਇੱਕ ਵਾਰ ਤੁਹਾਡੇ 'ਚ ਦਾਖਲ ਹੋ ਚੁੱਕਾ ਹੈ, ਤੁਹਾਡਾ ਯੋਧਾ ਬਣ ਗਿਆ ਹੈ, ਤਾਂ ਫਿਰ ਤੁਹਾਨੂੰ ਉਹ ਕਦੇ ਪੂਰੀ ਤਰ੍ਹਾਂ ਤਿਆਗ ਨਹੀਂ ਦੇਵੇਗਾ। ਮਹਾਂ ਸ਼ਾਂਤੀ ਦੇ ਦਿਨ ਉਹ ਤੁਹਾਡੇ ਨਾਲ ਇਕਾਤਮ ਹੋ ਜਾਏਗਾ। ਤੁਹਾਡੇ 2 ਰੂਪ ਹੈ। ਤੁਹਾਡੇ ਦਾਇਰੇ ਉੱਤੇ ਖੜੇ ਹੋਏ ਤੁਸੀਂ ਤੇ ਤੁਹਾਡੇ ਕੇਂਦਰ ਤੇ ਛੁਪੇ ਹੋਏ ਤੁਸੀਂ। ਤੁਹਾਡਾ ਜੋ ਕੇਂਦਰ ਹੈ ਉੱਥੇ ਤੁਸੀਂ ਪਰਮਾਤਮਾ ਹੋ। ਤੁਸੀਂ ਪਰਮ ਸ਼ਕਤੀ ਹੋ। ਤੁਹਾਡਾ ਜੋ ਦਾਇਰਾ ਹੈ ਉੱਥੇ ਤੁਸੀਂ ਕਮਜ਼ੋਰ ਆਦਮੀ ਹੋ। ਜੇ ਤੁਸੀਂ ਦਾਇਰੇ ਉੱਤੇ ਲੜਦੇ ਰਹੇ ਤਾਂ ਤੁਹਾਡੀ ਜਿੰਨੀ ਸ਼ਕਤੀ ਹੈ ਉਨੀ ਕੰਮ ਆਏਗੀ। ਜੇ ਤੁਸੀਂ ਕੇਂਦਰ ਵੱਲ ਨੂੰ ਸਰਕੇ ਤੁਹਾਡੀ ਸ਼ਕਤੀ ਵੱਧਦੀ ਚਲੀ ਜਾਏਗੀ।
ਠੀਕ ਕੇਂਦਰ ਤੇ ਖੜੇ ਹੋਏ ਆਦਮੀ ਨੂੰ ਲੜਨਾ ਹੀ ਨਹੀਂ ਪੈਂਦਾ। ਉਹ ਇੰਨਾ ਮਹਾਸ਼ਕਤੀਵਾਨ ਹੁੰਦਾ ਕਿ ਬਿਰਤੀਆਂ ਉਸ ਮਹਾਸ਼ਕਤੀ 'ਚ ਸੜ ਜਾਂਦੀਆਂ, ਸੁਆਹ ਹੋ ਜਾਂਦੀਆਂ। ਵੱਡਾ ਸਵਾਲ ਇਹ ਨਹੀਂ ਕਿ ਕਿਵੇਂ ਲੜੀਏ, ਵੱਡਾ ਸਵਾਲ ਇਹ ਹੈ ਕਿ ਮਹਾਸ਼ਕਤੀਵਾਨ ਕਿਵੇਂ ਹੋ ਜਾਈਏ। ਉਸ ਮਹਾਸ਼ਕਤੀਵਾਨ ਦੇ ਮੌਜੂਦ ਹੁੰਦਿਆਂ ਹੀ ਇੱਕ ਦਾਇਰਾ ਨੱਪ ਜਾਂਦਾ ਹੈ, ਮੁੱਕ ਜਾਂਦਾ ਹੈ। ਦਾਇਰੇ ਦਾ ਉਹ ਜੋ ਪੱਧਰ ਸੀ, ਸਭ ਸ਼ਾਂਤ ਹੋ ਜਾਂਦਾ ਹੈ। ਬਿਨਾਂ ਲੜੇ ਤੁਸੀਂ ਕਿਵੇਂ ਜਿੱਤੋ? ਇਹਦਾ ਇਹ ਸੂਤਰ ਹੈ, ਬਿਨਾਂ ਲੜੇ ਹੀ ਜਿੱਤ ਆਉਂਦੀ ਹੈ। ਦੂਜਾ ਸੂਤਰ ਹੈ, ਸੈਨਿਕ ਨੂੰ ਲੱਭੋ, ਉਹਨੂੰ ਅੰਦਰ ਯੁੱਧ ਕਰਨ ਦਿਓ। ਤੁਸੀਂ ਸਾਕਸ਼ੀ ਰਹੋ, ਉਹਨੂੰ ਲੱਭਣ 'ਚ ਸੁਚੇਤ ਰਹੋ, ਨਹੀਂ ਤਾਂ ਲੜਾਈ ਦੇ ਜੋਸ਼ ਤੇ ਉਤਾਵਲੇਪਨ 'ਚ ਤੁਸੀਂ ਉਹਦੇ ਕੋਲੋਂ ਦੀ ਲੰਘ ਜਾਓਗੇ। ਉਹ ਤੁਹਾਨੂੰ ਤਦ ਤੱਕ ਨਹੀਂ ਪਛਾਣੇਗਾ ਜਦ ਤੱਕ ਤੁਸੀਂ ਖੁਦ ਉਹਨੂੰ ਨਾ ਜਾਣ ਲਓ। ਜੇ ਉਹਦੇ ਧਿਆਨ ਨਾਲ ਸੁਣਨ ਵਾਲੇ ਕੰਨਾਂ ਤੱਕ ਤੁਹਾਡੀ ਪੁਕਾਰ ਪੁੱਜੇਗੀ ਤੇ ਉਹ ਤੁਹਾਡੇ ਅੰਦਰ ਤੋਂ ਲੜੇਗਾ, ਤੁਹਾਡੇ ਅੰਦਰ ਦੇ ਬੇਰਸ ਸ਼ੂਨਿਆਂ ਨੂੰ ਭਰ ਦੇਗਾ। ਇਹ ਜੋ ਸਾਕਸ਼ੀ ਭਾਵ ਹੈ, ਤੁਸੀਂ ਇਹਨੂੰ ਲੱਭੋ। ਇਹਦੀ ਭਾਲ ਦੇ ਨਾਲ ਹੀ ਤੁਹਾਨੂੰ ਇੱਕ ਇਹ ਸੈਨਿਕ ਮਿਲ ਜਾਏਗਾ ਜੋ ਦਾਇਰੇ ਤੇ ਲੜੇਗਾ। ਪਰ ਬੜਾ ਫਰਕ ਹੈ, ਤੁਸੀਂ ਉਹ ਸੈਨਿਕ ਨਹੀਂ ਬਣੋਗੇ, ਤੁਸੀਂ ਯੋਧਾ ਨਹੀਂ ਬਣੋਗੇ, ਤੁਸੀਂ ਲੜਨ ਨਹੀਂ ਜਾਓਗੇ, ਤੁਸੀਂ ਸਿਰਫ ਮੌਜੂਦ ਰਹੋਗੇ। ਇਹਦਾ ਕੀ ਅਰਥ ਹੈ? ਇਹਦਾ ਅਰਥ ਇਹ ਹੈ ਕਿ ਜਦ ਤੁਹਾਡੇ ਅੰਦਰ ਕ੍ਰੋਧ ਉੱਠਦਾ ਹੈ, ਤਦ ਤੁਹਾਡੇ ਅੰਦਰ ਪਛਤਾਵਾ ਉੱਠਦਾ ਹੈ। ਦੋਵੇਂ ਇਕੱਠੇ ਉੱਠਣ ਤਾਂ ਇੱਕ ਦੂਜੇ ਨੂੰ ਕੱਟ ਦੇਣ, ਤੁਸੀਂ ਸ਼ਾਂਤ ਹੋ ਜਾਓ। ਅਜੇ ਤੁਹਾਡੇ ਅੰਦਰ ਕ੍ਰੋਧ ਉੱਠਦਾ ਹੈ ਤੇ ਤਦ ਪਛਤਾਵਾ ਨਹੀਂ ਉੱਠਦਾ, ਤੇ ਜਦ ਪਛਤਾਵਾ ਉੱਠਦਾ ਹੈ ਕ੍ਰੋਧ ਨਹੀਂ ਉੱਠਦਾ। ਇੱਕ ਇੱਕ ਕਰਕੇ ਉੱਠਦੇ ਆ, ਤੇ ਜਦੋਂ ਕਾਮ ਵਾਸਨਾ ਉੱਠਦੀ ਹੈ ਬ੍ਰਹਮਚਰਜ ਨਹੀਂ ਉੱਠਦਾ, ਤੇ ਜਦ ਬ੍ਰਹਮਚਰਜ ਉੱਠਦਾ ਹੈ ਕਾਮ ਵਾਸਨਾ ਨਹੀਂ ਉੱਠਦੀ। ਇਹਨਾਂ ਦੋਨਾਂ ਦੀ ਕਿਤੇ ਮੁਲਾਕਾਤ ਨਹੀਂ ਹੁੰਦੀ। ਜੇ ਮੁਲਾਕਾਤ ਹੋ ਜਾਏ ਤਾਂ ਕੱਟੇ ਜਾਣ, ਜਿਵੇਂ ਮਰਫੀ ਤੇ ਜਮਾ ਕੱਟ ਦਿੱਤੇ ਇੱਕ ਦੂਜੇ ਨੂੰ, ਇਹ ਇੱਕ ਦੂਜੇ ਨੂੰ ਕੱਟ ਦੇਣ ਤੇ ਤੁਸੀਂ ਸ਼ਾਂਤ ਹੋ ਜਾਓ। ਲੇਕਿਨ ਜਦ ਇੱਕ ਆਉਂਦਾ ਹੈ ਤਾਂ ਦੂਜੇ ਦਾ ਪਤਾ ਨਹੀਂ ਹੁੰਦਾ, ਤੇ ਜਦ ਦੂਜਾ ਆਉਂਦਾ ਤਦ ਪਹਿਲਾਂ ਜਾ ਚੁੱਕਾ ਹੁੰਦਾ ਹੈ। ਇਹਨਾਂ ਦਾ ਕਿਤੇ ਮਿਲਣਾ ਹੀ ਨਹੀਂ ਹੁੰਦਾ, ਕਿਉਂਕਿ ਉਹ ਜੀਵਨ ਦੀ ਜਿੱਤ ਦੀ ਅੰਦਰੂਨੀ ਘਟਨਾ ਹੈ। ਜੇ ਇਹ ਦੋਨੋਂ ਇਕੱਠੇ ਆ ਜਾਣ ਤਾਂ ਕੀ ਹੋਏਗਾ? ਜਦ ਤੁਸੀਂ ਕ੍ਰੋਧ ਨਾਲ ਭਰਦੇ ਹੋ ਤਦੇ ਤੁਸੀਂ ਪਛਤਾਵੇ ਨਾਲ ਵੀ ਭਰ ਜਾਓਗੇ। ਤਾਂ ਕੀ ਹੋਏਗਾ? ਇਸ ਫਰਕ ਨੂੰ ਸਮਝ ਲੈਣਾ। ਇਸ ਲਈ ਜੋ ਪਰਮ ਬ੍ਰਹਮਚਾਰੀ ਹੈ, ਉਹਨੂੰ ਬ੍ਰਹਮਚਰਜ ਦਾ ਭਾਵ ਹੀ ਨਹੀਂ ਹੁੰਦਾ। ਜੋ ਸੱਚਮੁੱਚ ਹੀ ਬ੍ਰਹਮਚਾਰ ਨੂੰ ਪਹੁੰਚਿਆ ਹੁੰਦਾ, ਉਹਨੂੰ ਬ੍ਰਹਮਚਰਜ ਦੀ ਕੋਈ ਹਾਮੀ, ਕੋਈ ਹੰਕਾਰ ਨਹੀਂ ਹੁੰਦਾ। ਜਿਹਨੂੰ ਲੱਗਦਾ ਮੈਂ ਬ੍ਰਹਮਚਾਰੀ ਹਾਂ, ਤਾਂ ਉਹ ਆਪਣੇ ਬ੍ਰਹਮਚਰਜ ਨੂੰ ਸਾਧਦਾ ਹੈ, ਸਾਂਭਦਾ ਹੈ। ਤੇ ਬ੍ਰਹਮਚਰਜ ਕਾਮ ਵਾਸਨਾ ਦੇ ਉਲਟ ਚੁਣਿਆ ਗਿਆ ਹੈ। ਕਾਮ ਵਾਸਨਾ ਕੱਟੀ ਨਹੀਂ ਹੈ, ਉਹ ਰਾਹ ਤੱਕ ਰਹੀ ਹੈ। ਇਸ ਆਦਮੀ ਨੇ ਬ੍ਰਹਮਚਰਜ ਦਾ ਭਾਵ ਆਪਣਾ ਇਕੱਠਾ ਕਰ ਲਿਆ, ਪਰ ਕਾਮ ਵਾਸਨਾ ਉਡੀਕ ਰਹੀ ਹੈ। ਛੇਤੀ ਭਾਵ ਬਦਲੇਗਾ, ਮੌਸਮ ਬਦਲੇਗਾ, ਇਸ ਜਗਤ ਵਿੱਚ ਕੁਝ ਟਿਕਦਾ ਨਹੀਂ, ਸਭ ਬਦਲ ਜਾਂਦਾ ਹੈ। ਸਿਰਫ ਸਾਕਸ਼ੀ ਨੂੰ ਛੱਡ ਕੇ ਇਸ ਜਗਤ ਵਿੱਚ ਸਭ ਕੁਝ ਬਦਲਣਸ਼ੀਲ ਹੈ। ਸਿਰਫ ਇੱਕ ਬਿੰਦੂ ਇਸ ਜਗਤ ਵਿੱਚ ਸਦੀਵੀ ਕਦੀਮੀ ਹੈ, ਜਿੱਥੇ ਕੋਈ ਬਦਲਾਹਟ ਨਹੀਂ ਹੁੰਦੀ, ਬਾਕੀ ਸਭ ਬਦਲ ਜਾਂਦਾ ਹੈ, ਦਾਇਰੇ ਤੇ ਘੁੰਮਦਾ ਹੀ ਰਹਿੰਦਾ ਹੈ। ਸਿਰਫ ਵਿਚਕਾਰਲੀ ਕਿੱਲੀ ਜਿੱਥੇ ਸਾਕਸ਼ੀ ਭਾਵ ਹੈ, ਉੱਥੇ ਕੁਝ ਵੀ ਨਹੀਂ ਘੁੰਮਦਾ, ਉੱਥੇ ਸਭ ਚੀਜ਼ਾਂ ਸਥਿਰ ਹੈ। ਕਾਮ ਵਾਸਨਾ ਦੇ ਖਿਲਾਫ ਚਰਜ ਨੂੰ ਚੁਣ ਲਿਆ, ਕਾਮ ਵਾਸਨਾ ਦਬੀ ਹੈ, ਚੇਤਨ ਵਿੱਚ ਉਡੀਕ ਕਰ ਰਹੀ ਹੈ। ਜਦ ਤੁਸੀਂ ਥੱਕ ਜਾਓਗੇ ਬ੍ਰਹਮਚਰਜ ਤੋਂ, ਤਦੋਂ ਤੁਹਾਡੀ ਗਰਦਨ ਨੂੰ ਨੱਪ ਲਏਗੀ, ਛੱਡੇਗੀ ਨਹੀਂ। ਸਾਧੂ ਸੰਨਿਆਸੀ ਰਾਤੀ ਸੌਣ ਤੱਕ ਤੋਂ ਡਰਨ ਲੱਗਦੇ ਹਨ, ਕਿਉਂਕਿ ਸੁਪਨੇ 'ਚ ਪਕੜ ਲਏਗੀ ਕਾਮ ਵਾਸਨਾ। ਭੈਮਾਨ ਇੰਨੇ ਹੋ ਜਾਂਦੇ ਆ ਫਿਰ ਕਿ ਜੇ ਇੱਕ ਇਸਤਰੀ ਬੈਠੀ ਹੈ ਤਾਂ ਸ਼ਾਸਤਰਾਂ 'ਚ ਲਿਖਿਆ ਇਸ ਤਰ੍ਹਾਂ ਦੇ ਪਾਗਲਾਂ ਨੇ ਕਿ ਉਸ ਥਾਂ ਤੇ ਇੰਨੇ ਮਿੰਟ ਨਾ ਬੈਠਣਾ। ਜੇਕਰ ਕਿਤੇ ਇਸਤਰੀ ਬੈਠ ਚੁੱਕੀ ਹੈ, ਉਹ ਜਾ ਵੀ ਚੁੱਕੀ ਹੈ, ਤਾਂ ਵੀ ਉਹ ਥਾਂ ਖਤਰਨਾਕ ਹੈ, ਉੱਥੇ ਨਾ ਬੈਠਣਾ, ਕਿਉਂਕਿ ਇਸ ਤੇ ਜੇ ਬੈਠ ਗਏ ਕਾਮ ਵਾਸਨਾ ਉੱਠੇਗੀ। ਇਸਤਰੀ ਜਿਸ ਥਾਂ ਤੇ ਬੈਠੀ ਹੈ, ਉਸ ਥਾਂ ਤੇ ਬੈਠਣ ਨਾਲ ਕਾਮ ਵਾਸਨਾ ਨਹੀਂ ਉੱਠਦੀ, ਲੇਕਿਨ ਜੇ ਮਨ 'ਚ ਕਾਮ ਵਾਸਨਾ ਬਹੁਤ ਦਬਾਈ ਹੈ ਤਾਂ ਉੱਠ ਸਕਦੀ ਹੈ। ਉੱਛੋ ਧਰਤੀ ਦੀ ਵੀ ਸੁਖਦਾਈ ਜਾਪੇਗੀ ਜਿੱਥੇ ਇਸਤਰੀ ਬੈਠੀ ਹੈ। ਹੁਣ ਇਹ ਪਾਗਲਪਨ ਦਾ ਲੱਛਣ ਹੈ, ਇਹ ਬ੍ਰਹਮਚਰਜ ਦਾ ਲੱਛਣ ਨਹੀਂ ਹੈ, ਇਹ ਗਹਿਰੀ ਵਾਸਨਾ ਦਾ ਲੱਛਣ ਹੈ। ਸੁਣਿਆ ਹੋਏਗਾ, ਤੁਸੀਂ ਪੜਿਆ ਹੋਏਗਾ ਕਿ ਸਾਰੇ ਰਿਸ਼ੀ ਮੁਨੀ ਜਦ ਸਿੱਧ ਅਵਸਥਾ 'ਚ ਪੁੱਜਣ ਲੱਗਦੇ ਹੈ ਤਾਂ ਸਵਰਗ ਤੋਂ ਅਪਸਰਾਵਾਂ ਉੱਤਰ ਕੇ ਉਹਨਾਂ ਨੂੰ ਸਤਾਉਣ ਲੱਗਦੀਆਂ। ਹੁਣ ਇਹ ਸਵਰਗ ਵਿੱਚ ਕਿਹੜਾ ਧੰਦਾ ਹੈ, ਕਿਹਨੇ ਖੋਲਿਆ? ਕਿਹਨੂੰ ਸਰੋਕਾਰ ਹੈ ਇਹਨਾਂ ਰਿਸ਼ੀਆਂ ਮੁਨੀਆਂ ਨੂੰ ਭ੍ਰਿਸ਼ਟ ਕਰਨ 'ਚ? ਕਿਹਦੀ ਦਿਲਚਸਪੀ ਹੈ? ਨਹੀਂ, ਕੋਈ ਅਪਸਰਾਵਾਂ ਕਿਤੋਂ ਨਹੀਂ ਆ ਜਾਂਦੀਆਂ। ਇਹ ਰਿਸ਼ੀਆਂ ਮੁਨੀਆਂ ਦਾ ਹੀ ਅਚੇਤਨ ਮਨ ਹੈ ਜੋ ਇਸਤਰੀਆਂ ਦੇ ਵਿਚਾਰ ਨੂੰ ਇਸ ਬੁਰੀ ਤਰ੍ਹਾਂ ਦਬਾਇਆ, ਉਹਨਾਂ ਨੇ ਅੰਦਰ ਹੀ ਆਖਰੀ ਛਿੰਨ 'ਚ ਪਿੱਛਾ ਨਹੀਂ ਛੱਡਦਾ। ਫਿਰ ਰਿਸ਼ੀ ਮੁਨੀ ਭ੍ਰਿਸ਼ਟ ਹੋ ਜਾਂਦੇ ਆ। ਪੂਰੀ ਮਨੋਵਿਗਿਆਨਕ ਖੇਡ ਹੈ, ਕੋਈ ਭ੍ਰਿਸ਼ਟ ਨਹੀਂ ਕਰ ਰਿਹਾ ਉਹਨਾਂ ਨੂੰ, ਪਰ ਜੋ ਦਬਾਇਆ ਉਹ ਸ਼ਕਤੀਸ਼ਾਲੀ ਹੋ ਰਿਹਾ। ਜਦ ਆਖਰੀ ਛਿੰਨ ਆਏਗਾ ਤੇ ਉਹ ਇੰਨਾ ਸ਼ਕਤੀਸ਼ਾਲੀ ਹੋ ਜਾਏਗਾ ਕਿ ਉਸੇ ਦੀ ਵਜ੍ਹਾ ਨਾਲ ਉਹ ਹਾਰ ਜਾਣਗੇ। ਉਹ ਜੋ ਜਿੱਤਿਆ ਹੋਇਆ ਹੱਥ ਸੀ ਉਹ ਹਾਰ ਜਾਏਗਾ। ਉਹ ਦੋਵੇਂ ਹੱਥ ਉਹਨਾਂ ਦੇ ਹੀ ਹੈ। ਬ੍ਰਹਮਚਰਜ ਰੂਪਤ ਸੀ, ਖਿੱਚ ਖਿੱਚ ਕੇ ਉਹਨੂੰ ਖੜਾ ਕਰ ਲਿਆ। ਪਰ ਉਹ ਅੰਦਰ ਜੋ ਦਬੀ ਭਾਵਨਾ ਵਾਸਨਾ ਹੈ, ਉਸ ਰਾਹ ਤੱਕ ਰਹੀ ਹੈ। ਇੱਕ ਛਿੰਨ ਆਏਗਾ ਜਦੋਂ ਪੈਂਡੂਲਮ ਘੁੰਮਣਾ ਸ਼ੁਰੂ ਹੋਏਗਾ, ਜਦ ਪੈਂਡੂਲਮ ਘੁੰਮੇਗਾ ਤੇ ਤੁਹਾਨੂੰ ਰਸ ਨਹੀਂ ਆ ਸਕਦਾ। ਤੁਹਾਡੇ ਕੋਲ
ਅਪਸਰਾਵਾਂ ਨਹੀਂ ਆ ਸਕਦੀਆਂ। ਉਹਦੇ ਲਈ ਰਿਸ਼ੀ ਹੋਣਾ ਜ਼ਰੂਰੀ ਹੈ। ਜੇ ਅਪਸਰਾਵਾਂ ਨੂੰ ਸੱਦਣਾ ਹੈ ਤੇ ਰਿਸ਼ੀ ਦੀ ਪ੍ਰਕਿਰਿਆ ਵਿੱਚੋਂ ਦੀ ਗੁਜ਼ਰਨਾ ਜ਼ਰੂਰੀ ਹੈ। ਪੈਂਡੂਲਮ ਇੰਨਾ ਖੱਬੇ ਜਾਣਾ ਚਾਹੀਦਾ ਜਦ ਸੱਜੇ ਜਾਵੇ ਸਵਰਗ ਤੱਕ ਪਹੁੰਚ ਜਾਏ। ਉਹਦੇ ਸੱਜੇ ਪਾਸੇ ਦੇ ਲਈ ਇੰਨੀ ਊਰਜਾ ਇਕੱਠੀ ਹੋਣੀ ਚਾਹੀਦੀ ਹੈ। ਜੇ ਅਪਸਰਾਵਾਂ ਚਾਹੀਦੀਆਂ ਤੇ ਰਿਸ਼ੀ ਹੋਣਾ ਜ਼ਰੂਰੀ ਹੈ। ਜਦ ਰਿਸ਼ੀ ਖੋ ਗਏ, ਅਪਸਰਾਵਾਂ ਖੋ ਗਈਆਂ। ਅੱਜ ਕੱਲ ਕੋਈ ਅਪਸਰਾਵਾਂ ਨਹੀਂ ਆਉਂਦੀਆਂ। ਉਹਦਾ ਕਾਰਨ ਹੈ ਕਿ ਅਪਸਰਾਵਾਂ ਬਚੀਆਂ ਹੀ ਨਹੀਂ। ਰਿਸ਼ੀ ਨਹੀਂ ਬਚੇ। ਰਿਸ਼ੀ ਪੈਦਾ ਕਰੋ, ਅਪਸਰਾਵਾਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਉਹ ਰਿਸ਼ੀਆਂ ਦੇ ਦਿਮਾਗ 'ਚ ਸ਼ੁਦਾ ਹਨ। ਉਹ ਜੋ ਦਬਾਇਆ ਉਹ ਪ੍ਰਗਟ ਹੋਏਗਾ, ਪਿੱਛਾ ਕਰੇਗਾ। ਜੇ ਬਹੁਤ ਦਬਾਇਆ ਤਾਂ ਉਹ ਸਾਕਾਰ ਹੋ ਜਾਏਗਾ। ਇਸ 'ਚ ਰਿਸ਼ੀਆਂ ਦੀ ਭੁੱਲ ਨਹੀਂ ਹੈ। ਉਹਨਾਂ ਨੇ ਰਿਪੋਰਟ ਤਾਂ ਬਿਲਕੁਲ ਸਹੀ ਦਿੱਤੀ ਹੈ ਕਿ ਅਪਸਰਾਵਾਂ ਆਈਆਂ। ਅਪਸਰਾਵਾਂ ਕਿੰਨੀਆਂ ਸੋਹਣੀਆਂ ਹੋਣਗੀਆਂ ਜਿੰਨੀ ਕੋਈ ਇਸਤਰੀ ਕਦੇ ਨਹੀਂ ਹੋ ਸਕਦੀ। ਉਹ ਸੁਹੱਪਣ ਜੋ ਹੈ ਦਬੀ ਹੋਈ ਵਾਸਨਾ ਤੋਂ ਆ ਰਹੀ ਹੈ। ਉਹ ਜੋ ਸੁਹੱਪਣ ਹੈ ਖੁਦ ਦਾ ਨਿਰਮਾਣ ਹੈ। ਜਦ ਤੁਸੀਂ ਵਾਸਨਾ ਨਾਲ ਭਰੇ ਹੁੰਦੇ ਹੋ, ਜਿੰਨੀ ਗਹਿਰੀ ਵਾਸਨਾ ਨਾਲ ਭਰੇ ਹੁੰਦੇ ਹੋ, ਉਨੀਆਂ ਇਸਤਰੀਆਂ ਵੱਧ ਸੋਹਣੀਆਂ ਜਾਪਣਗੀਆਂ ਜਾਂ ਪੁਰਸ਼ ਵੱਧ ਸੋਹਣੇ ਲੱਗਣਗੇ। ਜੇ ਵਾਸਨਾ ਨਾਲ ਬਹੁਤ ਭਰੇ ਹੋ ਤੇ ਉਪਵਾਸ ਬਹੁਤਾ ਕਰਨਾ ਪਿਆ ਹੋਏ, ਬਿਰਧ ਇਸਤਰੀ ਵੀ ਸੋਹਣੀ ਲੱਗੇਗੀ। ਉਹ ਜੋ ਸੁਹੱਪਣ ਦਿਖਾਈ ਪੈਂਦਾ ਉਹ ਤੁਹਾਡਾ ਝਲਕਾਇਆ ਹੋਇਆ। ਉਹ ਇਉਂ ਹੀ ਹੈ ਜਿਵੇਂ ਭੁੱਖੇ ਆਦਮੀ ਨੂੰ ਰੁੱਖੀ ਸੁੱਖੀ ਰੋਟੀ ਪਰਮ ਭੋਗ ਜਾਪਦੀ ਹੈ। ਉਹ ਕੋਈ ਰੁੱਖੀ ਸੁੱਖੀ ਰੋਟੀ 'ਚ ਨਹੀਂ ਹੈ ਪਰਮ ਭੋਗ। ਉਹ ਪਰਮ ਭੋਗ ਉਸੇ ਭੁੱਖ 'ਚ ਹੈ। ਜੇ ਤੁਸੀਂ ਭਰੇ ਪੇਟ ਹੋ ਤਾਂ ਪਰਮ ਭੋਗ ਵੀ ਰੱਖਿਆ ਹੋਵੇ, ਤੁਹਾਨੂੰ ਖਿਆਲ ਹੀ ਨਹੀਂ ਆਏਗਾ ਕਿ ਇੱਥੇ ਭੋਜਨ ਰੱਖਿਆ ਹੋਇਆ ਹੈ। ਕਿਸੇ ਦਿਨ ਉਪਵਾਸ ਕਰਕੇ ਸੜਕ ਤੋਂ ਦੀ ਲੰਘੋ, ਉਸ ਦਿਨ ਤੁਸੀਂ ਫਿਰ ਹੋਟਲ ਰੈਸਟੋਰੈਂਟ ਉਹਨਾਂ ਦੇ ਬੋਰਡ ਪੜੋਗੇ, ਬਾਕੀ ਕੋਈ ਦੁਕਾਨ ਨਹੀਂ ਦਿਸੇਗੀ। ਬੜੇ ਰਸ ਨਾਲ ਪੜੋਗੇ, ਬੋਰਡ ਬੜੇ ਸੋਹਣੇ ਲੱਗਣਗੇ। ਭੋਜਨ ਮਠਿਆਈਆਂ ਨਜ਼ਰ ਆ ਰਹੀਆਂ, ਉਹ ਤੁਹਾਨੂੰ ਪਹਿਲੀ ਵਾਰ ਨਜ਼ਰ ਆਉਣਗੀਆਂ। ਉਹਨਾਂ 'ਚ ਜਿਹੋ ਜਿਹਾ ਰੰਗ, ਜਿਹੋ ਜਿਹੀ ਮਹਿਕ, ਉਹਨਾਂ ਦਾ ਜਿਹੋ ਜਿਹਾ ਸੁਹੱਪਣ ਪਰਮ ਰਹੱਸ ਹੋਏਗਾ, ਉਹ ਜਿਹਾ ਕਦੇ ਨਹੀਂ ਹੋਇਆ ਸੀ। ਉੱਥੇ ਹੈ ਨਹੀਂ, ਉਹ ਤੁਹਾਡੇ ਅੰਦਰ ਹੈ। ਉਹ ਭਾਵ ਤੁਸੀਂ ਪਾਉਂਦੇ ਹੋ। ਆਦਮੀ ਆਪਣੇ ਚਾਰ ਚੁਫੇਰੇ ਪਾਉਂਦਾ ਹੈ ਕਿ ਆਪਣੇ ਭਾਵਾਂ ਨੂੰ ਤਾਂ ਰਿਸ਼ੀ ਮੁਨੀਆਂ ਨੇ ਜ਼ਰੂਰ ਅਪਸਰਾਵਾਂ ਦੇਖੀਆਂ ਹੋਣਗੀਆਂ, ਪਰ ਉਹ ਅਪਸਰਾਵਾਂ ਉਹਨਾਂ ਦੀਆਂ ਮਨੋ ਸ੍ਰਿਸ਼ਟੀਆਂ ਹਨ। ਉਹਨਾਂ ਦੀ ਆਪਣੀ ਸਿਰਜਣਾ ਹੈ। ਜੇ ਤੁਸੀਂ ਸਾਕਸ਼ੀ ਬਣਦੇ ਹੋ ਤਾਂ ਇਹ ਨਤੀਜਾ ਹੋਏਗਾ ਕਿ ਦੋਵੇਂ ਗੱਲਾਂ ਤੁਸੀਂ ਇਕੱਠੀਆਂ ਦੇਖ ਸਕੋਗੇ। ਦੂਰੀ ਚਾਹੀਦੀ ਹੈ ਦੋਨਾਂ ਨੂੰ ਦੇਖਣ ਦੇ ਲਈ, ਤੇ ਜੇ ਤੁਸੀਂ ਬਹੁਤ ਨੇੜੇ ਹੋ ਤਾਂ ਇੱਕ ਹੀ ਦਿਸਦਾ ਹੈ। ਮੈਂ ਇੱਥੇ ਬੈਠਾ, ਤੁਸੀਂ ਸਾਰੇ ਮੈਨੂੰ ਦਿਸ ਰਹੇ ਹੋ। ਮੈਂ ਹੋਰ ਨੇੜੇ ਆਵਾਂ ਘੱਟ ਲੋਕ ਦਿਸਣਗੇ। ਜੇ ਮੈਂ ਕਿਸੇ ਦੇ ਬਿਲਕੁਲ ਨੇੜੇ ਆ ਜਾਵਾਂ, ਸਿਰਫ ਉਹੀ ਦਿਸੇਗਾ। ਜਿੰਨੀ ਦੂਰੀ ਹੁੰਦੀ ਹੈ ਉਹਨਾਂ ਫੈਲਿਆ ਹੋਇਆ ਦ੍ਰਿਸ਼ ਹੁੰਦਾ ਹੈ। ਇਸ ਲਈ ਜਦ ਕੋਈ ਸਾਕਸ਼ੀ ਹੋ ਜਾਂਦਾ ਤਾਂ ਉਹਦਾ ਕ੍ਰੋਧ, ਲੋਭ, ਅਲੋਭ, ਘਿਰਣਾ, ਪ੍ਰੇਮ, ਕਾਮ, ਬ੍ਰਹਮਚਰਜ ਨਾਲ ਦਿਸਣ ਲੱਗਦਾ ਹੈ। ਤਦ ਉਹ ਹੈਰਾਨ ਹੋ ਜਾਂਦਾ ਹੈ ਕਿ ਇਹ ਤਾਂ ਇੱਕ ਹੀ ਤਰੰਗ ਹੈ। ਇੱਧਰ ਕ੍ਰੋਧ, ਉੱਧਰ ਪਛਤਾਵਾ, ਇੱਧਰ ਸੰਸਾਰ, ਉੱਧਰ ਸੰਨਿਆਸ, ਇੱਧਰ ਮੰਗ, ਉੱਧਰ ਤਿਆਗ। ਇਹ ਤਾਂ ਇੱਕ ਹੀ ਤਰੰਗ ਦੇ ਦੋ ਰੂਪ ਹੈ। ਜਿਵੇਂ ਹੀ ਦਿਸਦਾ ਹੈ ਦੋਨੋਂ ਚੀਜ਼ਾਂ ਇਕੱਠੀਆਂ ਮੌਜੂਦ ਹੋ ਕੇ ਇੱਕ ਦੂਜੇ ਨੂੰ ਕੱਟ ਦਿੰਦੀਆਂ। ਉਹੀ ਸੈਨਿਕ ਹੈ। ਯੋਧਾ ਬਣਨ ਦੀ ਲੋੜ ਨਹੀਂ ਹੈ। ਉਸ ਸੈਨਿਕ ਨੂੰ ਲੱਭ ਲੈਣਾ ਜ਼ਰੂਰੀ ਹੈ ਜਿੱਥੇ ਉਲਟ ਕੱਟੇ ਜਾਂਦੇ ਆ, ਆਪਣੀ ਇਕਸਾਰ ਸਹਿ ਮੌਜੂਦਗੀ 'ਚ ਆਪਣੇ ਆਪ ਕੱਟੇ ਜਾਂਦੇ ਆ। ਇਹ ਜੋ ਉਹਨਾਂ ਦਾ ਆਪਣਾ ਆਪ ਕੱਟਿਆ ਜਾਣਾ, ਇਹ ਬਿਨਾਂ ਕਿਸੇ ਹਿੰਸਾ ਦੇ ਯੁੱਧ 'ਚ ਜਿੱਤ ਹੈ, ਬਿਨਾਂ ਲੜੇ। ਸੈਨਿਕ ਨੂੰ ਲੱਭੋ, ਉਹਨੂੰ ਅੰਦਰ ਯੁੱਧ ਕਰਨ ਦਿਓ। ਸੈਨਿਕ ਦਾ ਅਰਥ ਹੈ ਉਲਟ ਹੀ ਸਹਿ ਮੌਜੂਦਗੀ, ਇਕੱਠਿਆਂ ਦੋਨਾਂ ਦਾ ਅਨੁਭਵ। ਉਹਨੂੰ ਲੱਭਣ 'ਚ ਸੁਚੇਤ ਰਹੋ, ਨਹੀਂ ਤਾਂ ਲੜਾਈ ਦੇ ਜੋਸ਼ ਤੇ ਉਤਾਵਲੇਪਨ 'ਚ ਤੁਸੀਂ ਉਸੇ ਕੋਲੋਂ ਹੀ ਲੰਘ ਜਾਓਗੇ। ਬਹੁਤ ਵਾਰ ਤੁਸੀਂ ਉਹਦੇ ਕਰੀਬ ਪਹੁੰਚਦੇ ਹੋ, ਪਰ ਤੁਸੀਂ ਸਮਝਣ ਨੂੰ ਘੱਟ ਤੇ ਲੜਨ ਨੂੰ ਵਧੇਰੇ ਤਾਂਘਵਨ। ਤੁਹਾਡਾ ਮਨ ਇੰਨੇ ਉਤਾਵਲੇਪਨ ਤੇ ਇੰਨੀ ਕਾਹਲੀ ਨਾਲ ਭਰਿਆ ਹੈ ਜਿੱਤ ਦੇ ਲਈ ਕਿ ਤੁਸੀਂ ਉਸ ਸੈਨਿਕ ਦੇ ਜੋ ਤੁਹਾਨੂੰ ਜਿਤਾ ਸਕਦਾ ਉਹਦੇ ਕੋਲੋਂ ਦੀ ਲੰਘ ਜਾਂਦੇ ਹੋ। ਉਹਨੂੰ ਦੇਖਦੇ ਵੀ ਨਹੀਂ। ਤੁਸੀਂ ਕਾਹਲੀ 'ਚ ਹੋ, ਲੜਨ ਦੀ ਤੇਜ਼ੀ ਹੈ ਤੇ ਜਿੱਤਣ ਦੇ ਉਤਾਵਲੇ ਹੋ ਤਾਂ ਤੁਸੀਂ ਉਹ ਤੋਂ ਚੁੱਕਦੇ ਰਹੋਗੇ, ਕਿਉਂਕਿ ਉਹਨੂੰ ਦੇਖਣ ਖਾਤਰ ਗੈਰ ਉਤਾਵਲਾਪਨ, ਸ਼ਾਂਤੀ, ਮੌਨ, ਸਹਿਜਤਾ ਚਾਹੀਦੀ ਹੈ, ਤਾਂ ਹੀ ਉਹ ਦਿਖਾਈ ਦੇਗਾ। ਜੇ ਛੇਤੀ ਜਿੱਤਣਾ ਹੋਵੇ, ਛੇਤੀ ਬਿਲਕੁਲ ਨਾ ਕਰਨਾ, ਕਾਹਲੀ ਨਾ ਕਰਨਾ। ਜੇ ਚਾਹੁੰਦੇ ਹੋ ਕਿ ਛੇਤੀ ਨਤੀਜਾ ਹੋ ਜਾਏ, ਤੁਸੀਂ ਜਿੰਨੀ ਕਾਹਲੀ ਕਰੋਗੇ, ਉਨੀ ਅਸ਼ਾਂਤੀ ਵਿੱਚ ਰਹੋਗੇ। ਤੁਸੀਂ ਝੁਕਦੇ ਚਲੇ ਜਾਓਗੇ, ਖੁੰਝਦੇ ਚਲੇ ਜਾਓਗੇ। ਤੁਹਾਡੇ ਅੰਦਰ ਹੀ ਉਹ ਸ਼ਕਤੀ ਮੌਜੂਦ ਹੈ ਜੋ ਤੁਹਾਨੂੰ ਮੁਕਤ ਕਰ ਦੇਵੇਗੀ। ਤੁਹਾਡੇ ਅੰਦਰ ਦੀ ਸ਼ਕਤੀ ਨੇ ਤੁਹਾਨੂੰ ਬੰਨ੍ਹਿਆ ਹੈ। ਤੁਹਾਡੇ ਅੰਦਰ ਦੀ ਸ਼ਕਤੀ ਤੁਹਾਨੂੰ ਮੁਕਤ ਕਰ ਸਕਦੀ ਹੈ, ਪਰ ਕਾਹਲੀ ਨਾ ਕਰਨਾ। ਧੀਰਜ, ਉਡੀਕ ਤੇ ਜਿੱਤ ਦੀ ਕੋਈ ਉਤਾਵਲਾ ਨਹੀਂ। ਤੁਹਾਡੀ ਜਿੱਤ ਯਕੀਨੀ ਹੈ। ਤੁਹਾਨੂੰ ਤਦ ਤੱਕ ਨਹੀਂ ਪਛਾਣੇਗਾ। ਧਿਆਨ ਰੱਖਣਾ, ਉਹ ਸੈਨਿਕ ਤੁਹਾਡੇ ਅੰਦਰ ਹੈ, ਪਰ ਉਹ ਤੁਹਾਨੂੰ ਤਦ ਤੱਕ ਨਹੀਂ ਪਛਾਣੇਗਾ ਜਦ ਤੱਕ ਤੁਸੀਂ ਖੁਦ ਉਹਨੂੰ ਨਾ ਪਛਾਣ ਲਓ। ਉਹ ਬੈਠਾ ਰਹੇਗਾ, ਤੁਸੀਂ ਉਹਦਾ ਉਪਯੋਗ ਹੀ ਨਹੀਂ ਕਰ ਰਹੇ ਹੋ। ਇੱਕ ਮਹਾਨ ਸ਼ਕਤੀ ਦਾ ਉਪਯੋਗ ਛੱਡ ਰਹੇ ਹੋ। ਉਹ ਮਹਾਨ ਸ਼ਕਤੀ ਇਸ 'ਚ ਛੁਪੀ ਹੈ ਕਿ ਦੋ ਉਲਟ ਨੂੰ ਨਾਲ ਦੇਖ ਲਓ। ਉਹਨੂੰ ਤੁਸੀਂ ਖੁੰਝੀ ਜਾ ਰਹੇ ਹੋ, ਇੱਕ ਨੂੰ ਤੁਸੀਂ ਦੇਖਦੇ ਹੋ। ਜਦ ਤੁਸੀਂ ਥੱਕ ਜਾਂਦੇ ਹੋ, ਦੂਜੇ ਨੂੰ ਦੇਖਦੇ ਹੋ। ਦੋਹਾਂ ਦਾ ਮੇਲ ਨਾ ਹੋਵੇ ਤਾਂ ਕਾਟ ਨਹੀਂ ਹੋ ਸਕਦੀ। ਦੋਨੋਂ ਇੱਕ ਦੂਜੇ ਨੂੰ ਮਨਫੀ ਨਹੀਂ ਕਰ ਸਕਦੇ, ਦੋਨੋਂ ਇੱਕ ਦੂਜੇ ਨੂੰ ਮਿਟਾ ਨਹੀਂ ਸਕਦੇ। ਤੇ ਜੇ ਉਹਦੇ ਧਿਆਨ ਨਾਲ
ਸੁਣਨ ਵਾਲੇ ਕੰਨਾਂ ਤੱਕ ਤੁਹਾਡੀ ਪੁਕਾਰ ਪੁੱਜੇਗੀ ਤੇ ਉਹ ਤੁਹਾਡੇ ਅੰਦਰ ਤੋਂ ਲੜੇਗਾ, ਤੁਹਾਡੇ ਅੰਦਰ ਦੀ ਬੇਰਸ ਸ਼ੂਨਿਆਂ ਨੂੰ ਭਰ ਦੇਗਾ। ਤੀਜਾ ਸੂਤਰ, ਯੁੱਧ ਦੇ ਲਈ ਉਹਦਾ ਆਦੇਸ਼ ਪ੍ਰਾਪਤ ਕਰੋ, ਉਹਦੀ ਪਾਲਣਾ ਕਰੋ। ਸੈਨਾਪਤੀ ਮੰਨ ਕੇ ਉਹਦੀਆਂ ਆਗਿਆਵਾਂ ਦਾ ਪਾਲਣ ਕਰੋ, ਬਲਕਿ ਇਸ ਤਰ੍ਹਾਂ ਕਰੋ ਕਿ ਮੰਨੋ ਤੁਹਾਡਾ ਹੀ ਸਰੂਪ ਹੈ। ਉਹਦੇ ਸ਼ਬਦਾਂ 'ਚ ਮੰਨੋ ਤੁਹਾਡੀਆਂ ਗੁਪਤ ਇੱਛਾਵਾਂ ਬੋਲ ਰਹੀਆਂ, ਕਿ ਤੁਹਾਡੀਆਂ ਹੀ ਗੁਪਤ ਇੱਛਾਵਾਂ ਬੋਲ ਰਹੀਆਂ, ਕਿਉਂਕਿ ਉਹ ਖੁਦ ਤੁਸੀਂ ਹੋ, ਪਰ ਉਹ ਤੁਹਾਡੇ ਨਾਲੋਂ ਅਸੀਮ ਰੂਪ ਨਾਲ ਵੱਧ ਗਿਆਨੀ ਸ਼ਕਤੀਸ਼ਾਲੀ ਹੈ। ਜੋ ਸਾਕਸ਼ੀ ਹੈ ਤੁਹਾਡੇ ਅੰਦਰ, ਉਸ ਉੱਤੇ ਛੱਡ ਦਿਓ। ਪੂਰਾ ਯੁੱਧ, ਉਹਨੂੰ ਯੋਧਾ ਨਾ ਬਣਾਓ, ਪਰ ਜਿਵੇਂ ਹੀ ਤੁਸੀਂ ਉਹਦਾ ਉਪਯੋਗ ਕਰਨ 'ਚ ਸਮਰੱਥ ਹੋ ਜਾਓਗੇ, ਉਹਦੇ ਦੁਆਰਾ ਦੇਖਣ 'ਚ ਸਮਰੱਥ ਹੋ ਜਾਓਗੇ, ਤੁਹਾਨੂੰ ਆਦੇਸ਼ ਮਿਲਣ ਲੱਗਣਗੇ ਜੋ ਕਿ ਯਕੀਨੀ ਜਿੱਤ ਵੱਲ ਲੈ ਜਾਂਦੇ। ਸ਼ਾਸਤਰਾਂ ਤੋਂ ਆਦੇਸ਼ ਨਾ ਲੈਣਾ, ਸ਼ਬਦਾਂ ਤੋਂ ਆਦੇਸ਼ ਨਾ ਲੈਣਾ, ਆਪਣੇ ਸਾਕਸ਼ੀ ਤੋਂ ਆਦੇਸ਼ ਲੈਣਾ, ਉਹ ਤੁਹਾਨੂੰ ਹਮੇਸ਼ਾ ਹੀ ਸਹੀ ਦਿਸ਼ਾ ਤੇ ਲੈ ਜਾਏਗਾ। ਉਸ ਕੋਲੋਂ ਗਲਤੀ ਹੋਣ ਦੀ ਕੋਈ ਸੰਭਾਵਨਾ ਹੀ ਨਹੀਂ ਹੈ। ਲੇਕਿਨ ਅਸੀਂ ਸਾਰੇ ਪਤਾ ਨਹੀਂ ਕਿਸ ਕਿਸ ਕੋਲੋਂ ਆਦੇਸ਼ ਲੈ ਲੈਂਦੇ ਹਾਂ। ਸਾਨੂੰ ਇਹਦਾ ਵੀ ਕੋਈ ਫਿਕਰ ਨਹੀਂ, ਜਿਨ੍ਹਾਂ ਤੋਂ ਅਸੀਂ ਆਦੇਸ਼ ਲੈ ਰਹੇ ਹਾਂ ਉਹ ਵੀ ਕਿਤੇ ਪਹੁੰਚੇ ਹੈ ਕਿ ਨਹੀਂ। ਵੱਡਾ ਲੁਤਫ ਤਾਂ ਇਹ ਹੈ ਕਿ ਅਸੀਂ ਆਪਣੇ ਹੀ ਵਰਗੇ ਲੋਕਾਂ ਕੋਲੋਂ ਆਦੇਸ਼ ਲੈ ਲੈਂਦੇ ਹਾਂ, ਕਿਉਂਕਿ ਸਾਨੂੰ ਆਪਣੇ ਹੀ ਲੋਕ ਸਾਡੀ ਬੁੱਧੀ 'ਚ ਉਤਰਦੇ। ਤੁਸੀਂ ਕਾਮ ਵਾਸਨਾ ਨਾਲ ਪੀੜਤ ਹੋ ਤਾਂ ਵੱਧ ਸੰਭਾਵਨਾ ਇਸ ਗੱਲ ਦੀ ਹੈ ਕਿ ਤੁਸੀਂ ਅਜਿਹਾ ਗੁਰੂ ਲੱਭੋਗੇ ਜੋ ਕਾਮ ਵਾਸਨਾ ਨਾਲ ਪੀੜਤ ਹੈ, ਬ੍ਰਹਮਚਰਜ ਨੂੰ ਥੋਪ ਰੱਖਿਆ ਹੋਇਆ। ਬਹੁਤ ਸੰਭਾਵਨਾ ਇਸ ਗੱਲ ਦੀ ਹੈ ਕਿ ਤੁਸੀਂ ਉਸੇ ਨੂੰ ਲੱਭੋਗੇ। ਤੁਸੀਂ ਅਜਿਹੇ ਗੁਰੂ ਦੇ ਕੋਲ ਪਹੁੰਚ ਹੀ ਨਾ ਪਾਓਗੇ ਜੋ ਕਾਮ ਵਾਸਨਾ ਤੋਂ ਪੀੜਤ ਨਹੀਂ ਹੈ, ਜਿਹਦਾ ਬ੍ਰਹਮਚਰਜ ਸਹਿਜ ਹੈ, ਕਿਉਂਕਿ ਉਹ ਸਹਿਜ ਬ੍ਰਹਮਚਰਜ ਤੁਹਾਡੀ ਪਕੜ 'ਚ ਨਹੀਂ ਆਏਗਾ। ਤੁਸੀਂ ਇੰਨੇ ਪੰਡਤ ਹੋ ਕਾਮ ਵਾਸਨਾ ਨਾਲ, ਤੁਸੀਂ ਇੰਨੇ ਅਸਹਿਜ ਹੋ। ਅਸਹਿਜ ਬ੍ਰਹਮਚਾਰੀ ਤੁਹਾਡੇ ਸਮਾਜ ਵਿੱਚ ਤੁਹਾਡੀ ਸਮਝ ਵਿੱਚ ਆਏਗਾ, ਕਿਉਂਕਿ ਤੁਹਾਨੂੰ ਅਜਿਹੀਆਂ ਜਿਹੜੀਆਂ ਚੀਜ਼ਾਂ ਪਰੇਸ਼ਾਨ ਕਰਦੀਆਂ, ਜੇ ਤੁਸੀਂ ਦੇਖਿਆ ਕਿ ਤੁਹਾਡੇ ਗੁਰੂ ਨੂੰ ਉਹ ਚੀਜ਼ਾਂ ਪਰੇਸ਼ਾਨ ਨਹੀਂ ਕਰ ਰਹੀਆਂ, ਤੁਸੀਂ ਇਹ ਮੰਨ ਹੀ ਨਹੀਂ ਸਕਦੇ ਕਿ ਉਹਨੂੰ ਪਰੇਸ਼ਾਨ ਨਹੀਂ ਕਰ ਰਹੀਆਂ, ਕਿਉਂਕਿ ਰੱਬ ਤੁਹਾਨੂੰ ਪਰੇਸ਼ਾਨ ਕਰਦੀਆਂ। ਤੁਸੀਂ ਨਸ ਖਲੋਗੇ, ਤੁਸੀਂ ਤਾਂ ਉਸ ਗੁਰੂ ਨੂੰ ਚੁਣੋਗੇ ਜੋ ਤੁਹਾਡੇ ਵਰਗਾ। ਬੜਾ ਮੁਸ਼ਕਿਲ ਹੈ, ਇਹ ਤੋਂ ਤੁਸੀਂ ਕਦੇ ਮੁਕਤ ਨਹੀਂ ਹੋਗੇ, ਕਿਉਂਕਿ ਉਹ ਤੁਹਾਨੂੰ ਉਸੇ ਜਾਲ 'ਚ ਪਾ ਦੇਗਾ ਜਿਸ ਜਾਲ 'ਚ ਤੁਸੀਂ ਪਹਿਲੇ ਤੋਂ ਹੀ ਪਏ ਹੋ। ਮੈਂ ਲਗਾਤਾਰ ਵੇਖਦਾ ਲੋਕ ਮੇਰੇ ਨਾਲ ਆ ਕੇ ਗੱਲ ਕਰਦੇ ਆ ਕਿ ਅਜਿਹਾ ਹੋਇਆ। ਹੁਣ 4-6 ਦਿਨ ਪਹਿਲਾਂ ਪਾਰਲੀਮੈਂਟ ਦੇ ਇੱਕ ਮੈਂਬਰ ਤੇ ਇੱਕ ਵੱਡੇ ਉਦਯੋਗਪਤੀ ਨੂੰ ਮਿਲਣ ਆਏ। ਆਉਂਦਿਆਂ ਹੀ ਉਹਨਾਂ ਨੇ ਕਿਹਾ ਕਿ ਤੁਹਾਡੀ ਯਾਦਾਸ਼ਤ ਬੜੀ ਤਕੜੀ ਹੈ। ਤਦੇ ਮੈਨੂੰ ਲੱਗਿਆ ਕਿ ਇਸ ਆਦਮੀ ਦੀ ਯਾਦਾਸ਼ਤ ਕਮਜ਼ੋਰ ਹੋਣੀ ਚਾਹੀਦੀ ਹੈ। ਇਹ ਵੀ ਕੋਈ ਗੱਲ ਹੈ ਕਰਨ ਦੀ? ਯਾਦਾਸ਼ਤ ਨਾਲ ਕੀ ਲੈਣਾ ਦੇਣਾ, ਚੰਗੀ ਹੋਵੇ ਮਾੜੀ, ਇਹਦੀ ਯਾਦਾਸ਼ਤ ਕਮਜ਼ੋਰ ਹੋਣੀ ਚਾਹੀਦੀ ਹੈ। ਜਦ ਬਾਰ-ਬਾਰ ਉਹ ਕਹਿਣ ਲੱਗੇ ਗਜ਼ਬ ਹੈ, ਤੁਸੀਂ ਨਾ ਤਾਂ ਭੁੱਲਦੇ ਹੋ, ਨਾ ਕਿਤਾਬ ਭੁੱਲਦੇ ਹੋ, ਨਾ ਕਿਸੇ ਵਾਕਫ ਬੰਦੇ ਨੂੰ ਭੁੱਲਦੇ ਹੋ, ਤੁਸੀਂ ਵਰ੍ਹਿਆਂ ਤੀਕ ਤੁਹਾਡੀ ਯਾਦਾਸ਼ਤ ਬੜੀ ਗਜ਼ਬ ਹੈ। ਤਦੇ ਉਹਨਾਂ ਨੇ ਕਿਹਾ ਕਿ ਅਜੇ ਪਿਛਲੇ ਮਹੀਨੇ ਜਦ ਤੁਸੀਂ ਕ੍ਰਾਸ ਮੈਦਾਨ 'ਚ ਰਮਾਇਣ ਉੱਤੇ ਵਿਖਿਆਨ ਕਰ ਰਹੇ ਸੀ, ਮੈਂ ਰਮਾਇਣ ਉੱਤੇ ਕਦੇ ਬੋਲਿਆ ਹੀ ਨਹੀਂ, ਗੀਤਾ ਉੱਤੇ ਬੋਲ ਰਿਹਾ ਸੀ। ਉਹ ਕਹਿ ਰਹੇ ਹਨ ਕਿ ਰਮਾਇਣ ਉੱਤੇ ਪ੍ਰਵਚਨ ਕਰ ਰਹੇ ਸੀ। ਕੀ ਗੱਲਾਂ ਤੁਸੀਂ ਆਖੀਆਂ? ਵੱਡੇ ਵੱਡੇ ਪੰਡਤਾਂ ਦੀ ਰਮਾਇਣ ਸੁਣੀ ਹੈ, ਤੇ ਤਦ ਮੈਂ ਕਿਹਾ ਕਿ ਮਹਾਰਾਜ ਤੁਸੀਂ ਆਏ, ਤਦ ਮੈਂ ਸਮਝ ਗਿਆ ਸੀ ਕਿ ਤੁਸੀਂ ਯਾਦਾਸ਼ਤ ਦੀ ਕਮਜ਼ੋਰੀ ਤੋਂ ਬਿਮਾਰ ਹੋ। ਤੁਹਾਨੂੰ ਕੀ ਪ੍ਰਭਾਵਿਤ ਕਰਦਾ? ਉਹ ਖਬਰ ਦਿੰਦਾ ਹੈ ਤੁਹਾਡੇ ਸੰਬੰਧ 'ਚ, ਉਹ ਦੂਜੇ ਦੇ ਸੰਬੰਧ 'ਚ ਬਹੁਤੀ ਖਬਰ ਨਹੀਂ ਦਿੰਦਾ, ਸਿਰਫ ਤੁਹਾਡੇ ਸੰਬੰਧ 'ਚ ਖਬਰ ਦਿੰਦਾ ਹੈ। ਜੇ ਤੁਹਾਨੂੰ ਪਤਾ ਲੱਗ ਜਾਏ ਫਲਾਣਾ ਆਦਮੀ ਬਾਲ ਬ੍ਰਹਮਚਾਰੀ ਹੈ, ਤਾਂ ਵਿਚਾਰੇ ਨਾਹਕ ਐਲਾਨ ਕਰਾਉਂਦੇ ਰਹਿੰਦੇ ਆ ਕਿ ਫਲਾਣਾ ਬਾਲ ਬ੍ਰਹਮਚਾਰੀ ਹੈ। ਕਾਮੀ ਲੋਕ ਛੇਤੀ ਉਤਸੁਕ ਹੁੰਦੇ ਆ ਬਾਲ ਬ੍ਰਹਮਚਾਰੀ ਵਿੱਚ। ਇਹਦਾ ਕਾਰਨ ਉਹਨਾਂ ਦੀ ਕਮਜ਼ੋਰੀ ਹੈ, ਉਹਨਾਂ ਦੀ ਤਕਲੀਫ ਹੈ। ਇੱਕ ਅਤੀ ਤੇ ਉਹ ਖੜੇ ਹੈ, ਦੂਜੀ ਅਤੀ ਉਹਨਾਂ ਨੂੰ ਬੁਲਾਉਂਦੀ ਹੈ। ਤੁਸੀਂ ਲੁਭੀ ਹੋ, ਜੇ ਕੋਈ ਕਹਿ ਦੇ ਕਿ ਉਹਨੇ ਲੱਖਾਂ ਰੁਪਏ ਤਿਆਗ ਦਿੱਤੇ, ਬਸ ਤੁਸੀਂ ਚਰਨਾਂ 'ਚ ਢਹਿ ਪਏ। ਉਹ ਤੁਹਾਡੀ ਬਾਬਤ ਖਬਰ ਦੇ ਰਿਹਾ ਹੈ, ਉਹਨੇ ਲੱਖ ਛੱਡੇ ਕਿ ਨਹੀਂ, ਉਹਦਾ ਕੋਈ ਵੱਡਾ ਮਤਲਬ ਨਹੀਂ। ਤੁਸੀਂ ਕੌਡੀ ਵੀ ਬੜੀ ਫੜੀ ਬੈਠੇ ਹੋ ਇਸ ਨਾਲ, ਇਸ ਲਈ ਲੱਖ ਛੱਡਣ ਵਾਲਾ ਤੁਹਾਨੂੰ ਇੱਕਦਮ ਪ੍ਰਭਾਵਿਤ ਕਰਦਾ, ਤੁਸੀਂ ਇੱਕਦਮ ਚਰਨ ਫੜ ਲੈਂਦੇ ਹੋ। ਜੈਨੀ ਆਪਣੇ ਸ਼ਾਸਤਰਾਂ 'ਚ ਲਿਖਦੇ ਹੈ, ਮਹਾਂਵੀਰ ਨੇ ਇੰਨੇ ਘੋੜੇ ਛੱਡੇ, ਇੰਨੇ ਹਾਥੀ ਛੱਡੇ। ਇਹ ਇੰਨੇ ਹਾਥੀ ਘੋੜਿਆਂ ਦੀ ਬਾਬਤ ਇੰਨੀ ਚਰਚਾ ਚਲਾਉਂਦੇ ਹੈ। ਇਹਨਾਂ ਦੇ ਸੰਬੰਧ 'ਚ ਖਬਰ ਹੈ ਕਿ ਮਹਾਂਵੀਰ ਨੇ ਛੱਡੇ ਕਿ ਨਹੀਂ, ਇਹ ਬਹੁਤਾ ਮਹੱਤਵਪੂਰਨ ਨਹੀਂ ਹੈ। ਕਿਉਂ ਘੋੜੇ, ਗਧੇ, ਇਹਨਾਂ ਦੇ ਲੱਛਣ ਤੇ ਕੀ ਲੈਣਾ ਦੇਣਾ, ਕਿੰਨੇ ਛੱਡੇ, ਇਹਦੀ ਸਿੱਖਿਆ ਦਾ ਕੀ ਮਕਸਦ ਹੈ? ਲੇਕਿਨ ਸੰਖਿਆ ਨੂੰ ਵਧਾਈ ਚਲੀ ਜਾਂਦੀ ਹੈ, ਇਹਨਾਂ ਦੀ ਪਕੜ ਦੀ ਖਬਰ ਹੈ। ਇਸ ਲਈ ਮਹਾਂਵੀਰ ਦੇ ਆਸੇ ਪਾਸੇ ਲੋਕੀ ਇਕੱਠੇ ਹੋ ਗਏ। ਇਹ ਜੈਨੀਆਂ ਨੇ ਜੇਕਰ ਖੂਬ ਪੈਸਾ ਇਕੱਠਾ ਕੀਤਾ ਤੇ ਉਹਦਾ ਕਾਰਨ ਹੈ ਕਿ ਜੇ ਉਹ ਖੁਸ਼ਹਾਲ ਬਣ ਸਕੇ ਤਾਂ ਉਹਦਾ ਕਾਰਨ ਹੈ ਅਸਲ ਵਿੱਚ ਲੋਭੀ ਉਤਸੁਕ ਹੋਏ ਮਹਾਂਵੀਰ ਵੱਲ, ਉਹ ਤਿਆਗੀ ਸੀ ਤੇ ਲੋਭੀ ਇੱਕਦਮ ਪਕੜੇ ਗਏ। ਤੁਸੀਂ ਕਿਸ ਨੂੰ ਪਕੜਦੇ ਹੋ, ਇਹ ਤੁਹਾਡੇ ਤੇ ਨਿਰਭਰ ਹੈ। ਤਦ ਬੜੀ ਦੁਰਘਟਨਾ ਵਾਪਰਦੀ ਹੈ। ਇਸ ਜਗਤ ਵਿੱਚ ਮਹਾਂਗੁਰੂ ਵੀ ਅਸਫਲ ਹੋ ਜਾਂਦੇ ਹਨ, ਕਿਉਂਕਿ ਉਹਨਾਂ ਨੂੰ ਜਿਹੜੇ ਲੋਕ ਪਕੜ ਲੈਂਦੇ ਹਨ ਉਹ ਬਿਲਕੁਲ ਉਲਟੇ ਹੁੰਦੇ ਹਨ। ਮਹਾਂਵੀਰ ਨੂੰ ਤੁਸੀਂ ਸਮਝ ਨਹੀਂ ਸਕੇ,
ਤੁਹਾਡੇ ਲੋਭ ਦੀ ਵਜ੍ਹਾ ਨਾਲ ਬੜੇ ਤੁਸੀਂ ਉਤਸੁਕ ਹੋ ਗਏ। ਇਸ ਆਦਮੀ ਨੇ ਜਿੰਨਾ ਛੱਡਿਆ ਗਜ਼ਬ ਹੈ, ਕਿਉਂਕਿ ਤੁਸੀਂ ਛੱਡ ਨਹੀਂ ਸਕਦੇ ਇੱਕ ਕੌਡੀ ਤੇ ਇਹਦੇ ਇੰਨੇ ਹਾਥੀ, ਇੰਨੇ ਘੋੜੇ, ਇੰਨੇ ਰੱਥ ਛੱਡ ਦਿੱਤੇ। ਬਸ ਇੱਕ ਆਦਮੀ ਸਹੀ ਗੁਰੂ ਹੈ ਤੇ ਤੁਸੀਂ ਬਿਲਕੁਲ ਗਲਤ ਆਦਮੀ ਹੋ ਇਸ ਗੁਰੂ ਦੇ ਲਈ। ਜ਼ਿੰਦਗੀ ਬਹੁਤ ਜਟਿਲ ਹੈ। ਠੀਕ ਠੀਕ ਆਦੇਸ਼ ਲੱਭਣ, ਠੀਕ ਠੀਕ ਆਦੇਸ਼ ਜੇਕਰ ਤੁਸੀਂ ਪਾਣਾ ਹੈ ਤੇ ਆਪਣੇ ਕੋਲੋਂ ਬਚਣਾ ਹੈ, ਕਿਉਂਕਿ ਤੁਸੀਂ ਗੁਰੂ ਨਹੀਂ ਹੋ ਤਾਂ ਵੀ ਉਹ ਆਪਣੇ ਦਾਇਰੇ ਦਾ ਹੀ ਆਦਮੀ ਲੱਭੇਗੀ। ਤੁਸੀਂ ਗਲਤ ਨੂੰ ਵੀ ਲੱਭ ਲਓਗੇ, ਤੁਸੀਂ ਸਹੀ ਨੂੰ ਵੀ ਲੱਭੋਗੇ, ਇਸ 'ਚ ਵੀ ਗਲਤ ਹੈ। ਗਲਤ ਨੂੰ ਹੀ ਆਰੋਪਿਤ ਕਰਕੇ ਲੱਭੋਗੇ। ਮੁਨਾਸਿਬ ਹੈ ਕਿ ਤੁਸੀਂ ਪਿੱਛੇ ਸਰਕੋ ਤੇ ਸਾਖੀ ਭਾਵ 'ਚ ਖੜੇ ਹੋ ਜਾਓ, ਕਿਉਂਕਿ ਤੁਸੀਂ ਪਹਿਲਾਂ ਤਾਂ ਆਪਣੇ ਆਪ ਨੂੰ ਹੀ ਸਾਖੀ ਭਾਵ ਨਾਲ ਬਿਠਾ ਕੇ ਵੇਖੋ। ਫਿਰ ਇਸ ਸਾਖੀ ਭਾਵ ਨੂੰ ਦੇਖਣ ਦੀ ਸਮਰੱਥਾ ਜਿਵੇਂ ਤੁਹਾਡੇ ਮਨ 'ਚ ਆਏਗੀ, ਵਿਕਸਿਤ ਹੋਏਗੀ, ਤੁਹਾਨੂੰ ਅੰਦਰ ਆਦੇਸ਼ ਮਿਲਣੇ ਸ਼ੁਰੂ ਹੋ ਜਾਣਗੇ। ਇਹੀ ਆਦੇਸ਼ ਸੱਚ ਹਨ। ਉਹ ਆਦੇਸ਼ ਤੁਹਾਨੂੰ ਸਹੀ ਰਾਹ ਤੇ ਲੈ ਜਾਣਗੇ। ਆਪਣੀ ਬਾਣੀ ਦੀ ਖੋਜ, ਅੰਤਰਾਤਮਾ ਦੀ ਧੁਰ ਅੰਦਰ ਦੀ ਬੇਹੱਦ ਜ਼ਰੂਰੀ ਹੈ। ਸਭ ਤੋਂ ਪਹਿਲਾਂ ਤੁਹਾਨੂੰ ਅੰਦਰ ਦੀ ਖੋਜ ਹੈ, ਕਿਉਂਕਿ ਉਸ ਅੰਦਰਲੀ ਖੋਜ ਤੋਂ ਬਾਅਦ ਜੋ ਗੁਰੂ ਵੀ ਤੁਸੀਂ ਚੁਣੋਗੇ ਉਹ ਗੱਲ ਹੀ ਹੋਰ ਹੋਏਗੀ, ਕਿਉਂਕਿ ਤਦ ਉਹ ਤੁਹਾਡੇ ਦਾਇਰੇ ਦੇ ਆਦਮੀ ਨੇ ਨਹੀਂ ਚੁਣਿਆ, ਤੁਹਾਡੇ ਬਿਮਾਰ ਆਦਮੀ ਨੇ ਨਹੀਂ ਚੁਣਿਆ, ਤੁਹਾਡੀ ਅੰਤਰ ਬਾਣੀ ਆਏਗੀ। ਸਾਖੀ ਭਾਵ ਨੂੰ ਜੇਕਰ ਤੁਸੀਂ ਥੋੜਾ ਵੀ ਸਮਝ ਲਓ ਤੇ ਜਿਸ ਗੁਰੂ ਨੂੰ ਤੁਸੀਂ ਚੁਣੋਗੇ ਉਹਦੇ ਆਸਰੇ ਤੁਸੀਂ ਪਾਰ ਹੋ ਸਕੋਗੇ। ਉਹ ਕਿਸ਼ਤੀ ਬਣ ਸਕਦਾ ਹੈ, ਪਰ ਉਹ ਹੋਣਾ ਚਾਹੀਦਾ ਹੈ ਅੰਦਰ ਦਾ ਆਦੇਸ਼। ਤੁਹਾਡੇ ਦਾਇਰੇ ਦੀਆਂ ਗੱਲਾਂ ਨਾ ਹੋਣ। ਯੁੱਧ ਦੇ ਲਈ ਉਹਦਾ ਆਦੇਸ਼ ਪ੍ਰਾਪਤ ਕਰੋ, ਉਹਦੀ ਪਛਾਣ ਕਰੋ। ਸੈਨਾਪਤੀ ਮੰਨ ਕੇ ਉਹਦੀਆਂ ਆਗਿਆਵਾਂ ਦਾ ਪਾਲਣ ਨਾ ਕਰਨਾ, ਮੰਨੋ ਕਿ ਉਹ ਤੁਹਾਡਾ ਹੀ ਸਰੂਪ ਹੈ। ਉਹਦੇ ਸ਼ਬਦ ਵਿੱਚ ਮੰਨੋ ਕਿ ਤੁਹਾਡੀਆਂ ਹੀ ਗੁਪਤ ਇੱਛਾਵਾਂ ਬੋਲ ਰਹੀਆਂ, ਕਿਉਂਕਿ ਇਹ ਤੁਸੀਂ ਹੀ ਹੋ। ਪਰ ਉਹ ਤੁਹਾਡੇ ਨਾਲੋਂ ਅਸੀਮ ਰੂਪ ਨਾਲ ਵੱਧ ਗਿਆਨੀ ਹੈ, ਸ਼ਕਤੀਸ਼ਾਲੀ ਹੈ। ਤੁਹਾਡੇ ਅੰਦਰ ਹੀ ਛੁਪਿਆ ਤੁਹਾਡਾ ਹੀ ਇੱਕ ਰੂਪ ਹੈ ਤੇ ਉਹ ਤੁਹਾਡੇ ਤੋਂ ਬਹੁਤ ਜ਼ਿਆਦਾ ਸ਼ਕਤੀਸ਼ਾਲੀ ਹੈ, ਬਹੁਤ ਗਿਆਨੀ ਹੈ। ਉਸੇ ਦੀ ਸੁਣੋ, ਉਸੇ ਦੇ ਮਗਰ ਤੁਰੋ, ਲੇਕਿਨ ਉਹਦੇ ਲਈ ਜ਼ਰੂਰੀ ਹੈ ਕਿ ਤੁਸੀਂ ਦਵੰਦ ਵਿੱਚ ਜਾਗ ਕੇ ਸਾਖੀ ਬਣਨਾ ਸਿੱਖ ਜਾਓ। ਧੰਨਵਾਦ।